ਵੈਲਕਮ ਬੈਕ ਡੀਅਰ ਸਟੂਡੈਂਟਸ। ਅਸੀਂ ਪਿਛਲੇ 2 ਲੈਕਚਰ ਦੇ ਵਿੱਚ ਭਾਰਤ ਦੀ ਭੂਗੋਲ ਦੇ ਬਾਰੇ 'ਚ ਜੋ ਇੰਪੋਰਟੈਂਟ ਫੀਚਰ ਨੇ, ਯਾਨੀ ਕਿ ਹਿਮਾਲਿਆ ਪਰਬਤ ਅਤੇ ਉੱਤਰ ਦੇ ਵਿਸ਼ਾਲ ਮੈਦਾਨਾਂ ਬਾਰੇ ਅਸੀਂ ਚਰਚਾ ਕਰ ਚੁੱਕੇ ਹਾਂ। ਜੇਕਰ ਕਿਸੇ ਵਿਦਿਆਰਥੀ ਨੇ ਹਜੇ ਤੱਕ ਉਹ ਲੈਕਚਰਸ ਨੂੰ ਨਹੀਂ ਦੇਖਿਆ ਤਾਂ ਉਹ ਉਹਨਾਂ ਨੂੰ ਜਾ ਕੇ ਦੇਖ ਸਕਦਾ ਹੈ। ਅੱਜ ਅਸੀਂ ਚਰਚਾ ਕਰਾਂਗੇ ਪਠਾਰ ਬਾਰੇ, ਜਿਸ ਨੂੰ ਕਿ ਪ੍ਰਾਇਦੀਪੀ ਪਠਾਰ ਦੇ ਨਾਂ ਨਾਲ ਵੀ ਜਾਣਦੇ ਹਾਂ। ਸਭ ਤੋਂ ਪਹਿਲਾਂ ਪਠਾਰ ਦੇ ਬਾਰੇ 'ਚ ਚਰਚਾ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਠਾਰ ਕੀ ਚੀਜ਼ ਹੁੰਦੀ ਹੈ। ਮੇਰਾ ਖਿਆਲ ਹੈ ਵੀ ਸਾਰੇ ਬੱਚਿਆਂ ਨੂੰ 6ਵੀਂ ਜਮਾਤ ਦੇ ਵਿੱਚ ਜਿਹੜੀ ਧਰਾਤਲ ਦੀ ਵੰਡ ਹੈ ਉਹ ਯਾਦ ਹੋਵੇਗੀ। ਉੱਥੇ ਅਸੀਂ ਸਮਾਜਿਕ ਸਿੱਖਿਆ ਦੇ ਇੱਕ ਪਾਠ ਦੇ ਵਿੱਚ ਪੜ੍ਹਿਆ ਸੀ ਕਿ ਪਠਾਰ ਕੀ ਚੀਜ਼ ਹੁੰਦੀ ਹੈ। ਆਓ ਉਸ ਦੇ ਬਾਰੇ 'ਚ ਹੋਰ ਚਰਚਾ ਕਰ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ ਕਿ ਇੱਕ ਅਜਿਹੀ ਧਰਾਤਲੀ ਭੂ ਭਾਗ ਸਾਨੂੰ ਇਸ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਹੈ, ਜਿਸ ਦਾ ਉੱਪਰ ਵਾਲਾ ਹਿੱਸਾ ਇੱਕ ਟੇਬਲ ਦੀ ਤਰ੍ਹਾਂ ਉੱਪਰੋਂ ਸਮਤਲ ਹੈ। ਅਜਿਹੇ ਸਮਤਲ ਭੂ ਭਾਗ ਨੂੰ ਜਿਹੜਾ ਕਿ ਆਪਣੇ ਆਲੇ ਦੁਆਲੇ ਦੇ ਇਲਾਕੇ ਤੋਂ ਉੱਚਾ ਹੋਵੇ, ਪਰ ਉਸ ਦਾ ਸਿਖਰ ਤ੍ਰਿਕੋਣਾ ਨਾ ਹੋ ਕੇ, ਤਿੱਖੀ ਢਾਲ ਨਾ ਹੋ ਕੇ, ਉੱਪਰਲਾ ਸਿਰਾ ਉਸ ਦਾ ਇੱਕ ਸਮਤਲ ਮੇਜ਼ ਦੀ ਤਰ੍ਹਾਂ ਹੋਵੇ, ਉਸ ਨੂੰ ਅਸੀਂ ਪਠਾਰ ਆਖਦੇ ਹਾਂ। ਮੇਰਾ ਖਿਆਲ ਹੈ ਵੀ ਸਾਰੇ ਬੱਚਿਆਂ ਨੂੰ ਇਹ ਤਸਵੀਰ ਦੇ ਜ਼ਰੀਏ ਅਤੇ ਐਕਸਪਲੇਨੇਸ਼ਨ ਦੇ ਜ਼ਰੀਏ ਪਠਾਰ ਦੇ ਬਾਰੇ 'ਚ ਪਤਾ ਲੱਗ ਗਿਆ ਹੋਵੇਗਾ। ਹੁਣ ਅਸੀਂ ਨਕਸ਼ੇ ਦੇ ਜ਼ਰੀਏ ਸਮਝਦੇ ਹਾਂ ਕਿ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਜੋ ਪਠਾਰ ਹੈ ਉਸ ਦਾ ਵਿਸਤਾਰ ਹੈ। ਇੱਥੇ ਨਕਸ਼ੇ ਦੇ ਜ਼ਰੀਏ ਨਾਰਦਰਨ ਇੰਡੀਅਨ ਪਲੇਨਸ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਡੈਕਨ ਪਲੇਟੂ। ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਡੈਕਨ ਪਲੇਟੂ ਦੇ ਵਿੱਚ ਪੈਂਦਾ ਸਾਰਾ ਹੀ ਇਲਾਕਾ। ਤੁਸੀਂ ਜੋ ਡੈਕਨ ਪਲੇਟੂ ਜੋ ਕਲਰ ਇੱਕ ਸਪੈਸੀਫਿਕ ਕਲਰ ਹੈ, ਇਸ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਇਲਾਕਾ ਹੈ ਇਹ ਸਾਰੇ ਦਾ ਸਾਰਾ ਦੱਖਣ ਦੇ ਪ੍ਰਾਇਦੀਪੀ ਪਠਾਰ ਦੇ ਹੇਠਾਂ ਆਉਂਦਾ ਖੇਤਰ ਹੈ। ਇਸ ਦੇ ਵਿੱਚ ਮੁੱਖ ਤੌਰ 'ਤੇ ਮੱਧ ਪ੍ਰਦੇਸ਼ ਦਾ ਕੁਛ ਇਲਾਕਾ, ਮਹਾਰਾਸ਼ਟਰ ਦਾ ਕੁਛ ਇਲਾਕਾ, ਕਰਨਾਟਕ ਦਾ ਕੁਛ ਇਲਾਕਾ, ਇਸ ਤੋਂ ਇਲਾਵਾ ਤਾਮਿਲਨਾਡੂ ਦਾ ਕੁਛ ਇਲਾਕਾ ਔਰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਕੁਛ ਇਲਾਕੇ ਵੀ ਇਸ ਦੇ ਵਿੱਚ ਸ਼ਾਮਲ ਹਨ। ਇਸ ਦੇ ਬਾਰੇ 'ਚ ਹੋਰ ਵਧੇਰੀ ਚਰਚਾ ਅਸੀਂ ਪਾਠ ਦੇ ਅਗਲੇ ਹਿੱਸੇ ਵਿੱਚ ਕਰਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਭਾਰਤ ਦਾ ਦੱਖਣ ਵਾਲਾ ਹਿੱਸਾ ਹੈ ਉਸ ਦੇ ਬਾਰੇ 'ਚ ਅਸੀਂ ਨਕਸ਼ੇ ਦੇ ਜ਼ਰੀਏ ਵੀ ਦੇਖ ਚੁੱਕੇ ਹਾਂ ਕਿ ਇਸ ਨੂੰ ਪਠਾਰੀ ਇਲਾਕਾ ਕਿਹਾ ਜਾਂਦਾ ਹੈ। ਇਹ ਖੇਤਰ ਸਾਰੇ ਦਾ ਸਾਰਾ ਇੱਕ ਟੱਕ ਨਹੀਂ ਹੈ, ਸਗੋਂ ਵੱਖੋ ਵੱਖਰੀ ਪਛਾਣ ਰੱਖਦਾ ਹੈ। ਇਸ ਪਠਾਰ ਦੇ ਵਿੱਚ ਕਈ ਸਾਰੇ ਅੱਗੇ ਹੋਰ ਪਠਾਰ ਸ਼ਾਮਲ ਹਨ, ਜਿਨ੍ਹਾਂ ਦੇ ਬਾਰੇ 'ਚ ਅਸੀਂ ਅੱਗੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹਾਂ ਇਸ ਪਠਾਰ ਦੀ ਕੁਝ ਖਾਸੀਅਤ ਬਾਰੇ। ਸਭ ਤੋਂ ਵੱਡੀ ਖਾਸੀਅਤ ਹੈ ਇਸ ਪਠਾਰ ਦੀ ਇਸ ਦੀ ਵੰਨ ਸੁਵੰਨਤਾ ਹੀ ਹੈ। ਹਰੇਕ ਪਠਾਰ ਦੇ ਆਪਣੇ ਆਪਣੇ ਅਲੱਗ ਗੁਣ ਹਨ। ਉੱਥੇ ਮਿਲਣ ਵਾਲੀ ਜੋ ਖਣਿਜ ਪਦਾਰਥ ਹਨ ਉਹ ਭਾਰਤ ਨੂੰ ਖਣਿਜ ਪਦਾਰਥਾਂ ਦੇ ਮਾਮਲੇ ਦੇ ਵਿੱਚ ਆਤਮ ਨਿਰਭਰ ਬਣਾਉਂਦੇ ਹਨ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹਾਂ ਮੱਧ ਭਾਰਤ ਦੀ ਪਠਾਰ ਦੀ, ਦ ਸੈਂਟਰਲ ਹਾਈਲੈਂਡਸ। ਇਹ ਪਠਾਰੀ ਇਲਾਕਾ ਮਾਰਵਾੜ ਪਠਾਰ ਦੇ ਪੂਰਬ ਹਿੱਸੇ ਵਿੱਚ ਹੈ। ਇਸ ਦੀ ਦਰਾੜ ਘਾਟੀ ਰਿਫਟ ਵੈਲੀ ਵਿੱਚ ਚੰਬਲ ਅਤੇ ਉਸ ਦੀਆਂ ਸਹਾਇਕ ਨਦੀਆਂ ਵਗਦੀਆਂ ਹਨ। ਇਹ ਪਠਾਰ ਕਾਫੀ ਕਟਿਆ ਫਟਿਆ ਹੈ ਅਤੇ ਆਪਣੀਆਂ ਅਗੜੀਆਂ ਦੁਗੜੀਆਂ ਘਾਟੀਆਂ ਲਈ ਪ੍ਰਸਿੱਧ ਹੈ। ਇਸ ਪਠਾਰ ਦੇ ਪੂਰਬ ਵਿੱਚ ਯਮੁਨਾ ਦੇ ਨਾਲ ਨਾਲ ਬੁਦੇਲਖੰਡ ਦਾ ਇਲਾਕਾ ਵੀ ਪੈਂਦਾ ਹੈ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ, ਇਹ ਚੰਬਲ ਦੇ ਇਲਾਕੇ ਦੀ ਇੱਕ ਤਸਵੀਰ ਹੈ, ਜਿਸ ਦੇ ਵਿੱਚ ਕਿ ਸਾਨੂੰ ਕਾਫੀ ਅਗੜੀਆਂ ਦੁਗੜੀਆਂ ਜੋ ਘਾਟੀਆਂ ਨੇ ਉਹ ਦਿਖਾਈ ਦੇ ਰਹੀਆਂ ਹਨ। ਵਿੱਚੋਂ ਦੀ ਕਾਫੀ ਕਟਫਟ ਹੈ ਅਤੇ ਇਸ ਜੰਗਲੀ ਘਾਟੀਆਂ ਦੇ ਵਿੱਚ ਕਦੇ ਚੰਬਲ ਦੇ ਡਕੈਤਾਂ ਦਾ ਰਾਜ ਹੁੰਦਾ ਸੀ, ਪਰ ਅੱਜ ਕੱਲ੍ਹ ਸਮੇਂ ਬਦਲ ਗਏ ਨੇ। ਇਹਨਾਂ ਘਾਟੀਆਂ ਦੇ ਵਿੱਚ ਕਈ ਨਾਮੀ ਗ੍ਰਾਮੀ ਡਕੈਤਾਂ ਨੇ ਆਪਣੀ ਪਨਾਹ ਲਈ ਹੈ। ਇਹ ਇੱਕ ਹੋਰ ਤਸਵੀਰ ਹੈ, ਇਸ ਦੇ ਜ਼ਰੀਏ ਤੁਸੀਂ ਹੋਰ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਚੰਬਲ ਜਾਂ ਇਸ ਪਠਾਰ ਦੇ ਹਿੱਸੇ ਦੇ ਵਿੱਚ ਜੋ ਘਾਟੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਬਣ ਚੁੱਕੀਆਂ ਹਨ। ਇਹ ਬਹੁਤੀਆਂ ਘਾਟੀਆਂ ਪਾਣੀ ਦੇ ਲਗਾਤਾਰ ਵਹਾਅ ਦੇ ਕਾਰਨ ਜਾਂ ਹਵਾ ਦੇ ਰੁੱਖ ਦੇ ਕਾਰਨ ਜਾਂ ਹਵਾ ਦੇ ਕਟਾਅ ਦੇ ਕਾਰਨ ਇਹ ਘਾਟੀਆਂ ਹੋਂਦ ਵਿੱਚ ਆਈਆਂ ਹਨ। ਇਹਨਾਂ ਘਾਟੀਆਂ ਦੀ ਵੰਨ ਸੁਵੰਨਤਾ ਕੁਦਰਤੀ ਪੱਖ ਤੋਂ ਇੱਕ ਦੂਸਰਾ ਆਪਣਾ ਇੱਕ ਪਹਿਲੂ ਹੈ, ਬਟ ਇੱਥੇ ਜੋ ਇਤਿਹਾਸਕ ਤੌਰ 'ਤੇ ਇਹ ਘਾਟੀਆਂ ਕਦੇ ਵੀ ਜ਼ਿਆਦਾ ਵਧੀਆ ਇੱਕ ਇਲਾਕਾ ਨਹੀਂ ਮੰਨੀਆਂ ਗਈਆਂ। ਜਿਵੇਂ ਕਿ ਮੈਂ ਪਹਿਲਾਂ ਹੀ ਚਰਚਾ ਕਰ ਚੁੱਕਾ ਹਾਂ, ਇੱਕ ਡਾਕੂਆਂ ਦੇ ਇਲਾਕੇ ਦੇ ਵਜੋਂ ਇਸ ਨੂੰ ਜਾਣਿਆ ਜਾਂਦਾ ਸੀ। ਅਗਲੀ ਚਰਚਾ ਅਸੀਂ ਕਰਦੇ ਹਾਂ ਮਾਲਵਾ ਦੇ ਪਠਾਰ ਦੀ।
ਮਾਲਵਾ ਦਾ ਜੋ ਪਠਾਰ ਹੈ ਇਹ ਪੱਛਮ ਵੱਲ ਅਰਾਵਲੀ ਦੀਆਂ ਸ਼੍ਰੇਣੀਆਂ, ਦੱਖਣ ਵਿੱਚ ਵਿੰਧਿਆਚਲ ਅਤੇ ਪੂਰਬ ਦਿਸ਼ਾ ਵੱਲ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੇ ਪਠਾਰ ਤੱਕ ਇਹ ਪਠਾਰ ਤ੍ਰਿਭੁਜ ਆਕਾਰ ਦਾ ਫੈਲਿਆ ਹੋਇਆ ਹੈ। ਇਸ ਪਠਾਰ ਦੇ ਬਾਰੇ 'ਚ ਬਹੁਤਾ ਜਾਣਨ ਤੋਂ ਪਹਿਲਾਂ ਅਸੀਂ ਆਓ ਇਸ ਨੂੰ ਇੱਕ ਵਾਰੀ ਨਕਸ਼ੇ ਦੇ ਜ਼ਰੀਏ ਦੇਖਦੇ ਹਾਂ। ਜਿਵੇਂ ਕਿ ਤੁਸੀਂ ਨਕਸ਼ੇ 'ਤੇ ਦੇਖ ਰਹੇ ਹੋ, ਇਸ ਦੇ ਪੱਛਮ ਵੱਲ ਅਰਾਵਲੀ ਰੇਂਜ ਹੈ ਜਿਸ ਨੂੰ ਮਾਰਕ ਕੀਤਾ ਹੋਇਆ ਹੈ। ਇਸ ਦੇ ਸੈਂਟਰ ਦੇ ਵਿੱਚ ਮਾਲਵਾ ਪਠਾਰ ਅਲੱਗ ਤੋਂ ਹੀ ਮਾਰਕ ਕੀਤਾ ਹੋਇਆ ਹੈ। ਇਸ ਦੇ ਦੱਖਣ ਵੱਲ ਵਿੰਧਿਆਚਲ ਜੋ ਰੇਂਜ ਹੈ ਇਹ ਵੀ ਦਿਖਾਈ ਦੇ ਰਹੀ ਹੈ। ਇਸ ਦੇ ਉੱਪਰ ਵੱਲ ਤੁਸੀਂ ਦੇਖੋਗੇ ਸ਼ਿਲਾਂਗ ਜੋ ਪਰਬਤ ਹੈ ਉਹ ਪਠਾਰ ਹੈ ਜੋ ਉਸ ਦੀ ਰੇਂਜ ਵੀ ਦਿਖਾਈ ਦੇ ਰਹੀ ਹੈ। ਇਸ ਪਠਾਰ ਦੀਆਂ ਵਾਦੀਆਂ ਕੁਝ ਇਸ ਤਰ੍ਹਾਂ ਦੀਆਂ ਦਿਖਾਈ ਦਿੰਦੀਆਂ ਹਨ ਜਿਸ ਦੇ ਵਿੱਚ ਕਈ ਸਾਰੀਆਂ ਨਦੀਆਂ ਦੁਆਰਾ ਆਪਣੀਆਂ ਘਾਟੀਆਂ ਬਣਾਈਆਂ ਗਈਆਂ ਹਨ ਅਤੇ ਉੱਪਰ ਤੁਸੀਂ ਦੇਖ ਰਹੇ ਹੋ ਮੇਜ਼ ਦੀ ਤਰ੍ਹਾਂ ਦਾ ਇੱਕ ਸਮਤਲ ਭੂ ਭਾਗ ਦਿਖਾਈ ਦੇ ਰਿਹਾ ਹੈ ਜਿਸ ਨੂੰ ਅਸੀਂ ਪਠਾਰ ਦੇ ਵਜੋਂ ਜਾਣਦੇ ਹਾਂ। ਇਹ ਪਠਾਰ ਆਪਣੀ ਕੁਦਰਤੀ ਵੰਨ ਸੁਵੰਨਤਾ ਕਰਕੇ ਕਾਫੀ ਜ਼ਿਆਦਾ ਮਸ਼ਹੂਰ ਹੈ। ਇੱਥੇ ਕਈ ਨਦੀਆਂ ਇੱਥੋਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਦੇ ਬਾਰੇ 'ਚ ਅਸੀਂ ਅੱਗੇ ਚਰਚਾ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਇੱਥੇ ਪੜ੍ਹ ਸਕਦੇ ਹੋ ਕਿ ਇਸ ਪਠਾਰ ਵਿੱਚੋਂ ਆਰੰਭ ਹੋਈਆਂ ਨਦੀਆਂ ਨਰਮਦਾ, ਤਾਪਤੀ, ਮਾਹੀ ਨਦੀਆਂ ਇਹ ਅਰਬ ਸਾਗਰ ਵੱਲ ਜਾਂਦੀਆਂ ਹਨ, ਜਦ ਕਿ ਚੰਬਲ, ਬੇਤਵਾ ਅਤੇ ਉਸ ਦੀਆਂ ਹੋਰ ਸਹਾਇਕ ਨਦੀਆਂ ਪੂਰਬ ਦਿਸ਼ਾ ਵੱਲ ਵਗਦੀਆਂ ਹੋਈਆਂ ਬੰਗਾਲ ਦੀ ਖਾੜੀ ਦੇ ਵਿੱਚ ਜਾ ਡਿੱਗਦੀਆਂ ਹਨ। ਨਕਸ਼ੇ ਦੇ ਜ਼ਰੀਏ ਤੁਸੀਂ ਇਹਨਾਂ ਨਦੀਆਂ ਦੀ ਲੋਕੇਸ਼ਨ ਨੂੰ ਦੇਖ ਸਕਦੇ ਹੋ ਕਿ ਜੋ ਨਦੀਆਂ ਅਰਬ ਸਾਗਰ ਵੱਲ ਜਾ ਰਹੀਆਂ ਹਨ ਅਤੇ ਜੋ ਚੰਬਲ ਦੀਆਂ ਸਹਾਇਕ ਨਦੀਆਂ ਹਨ ਉਹਨਾਂ ਦੀ ਉਤਪੱਤੀ ਕਿੱਥੋਂ ਹੈ। ਇਹ ਸਾਰੀਆਂ ਨਦੀਆਂ ਜੋ ਕਿ ਨੀਲੇ ਕਲਰ ਦੇ ਨਾਲ ਮਾਰਕ ਕੀਤੀਆਂ ਗਈਆਂ ਹਨ, ਮਾਲਵਾ ਦੇ ਪਠਾਰ ਦੇ ਵਿੱਚੋਂ ਹੀ ਇਹਨਾਂ ਨਦੀਆਂ ਦਾ ਓਰੀਜਨ ਹੈ ਜੋ ਕਿ ਭਾਰਤ ਦੇ ਕਾਫੀ ਵੱਡੇ ਇਲਾਕੇ ਨੂੰ ਪਾਣੀ ਮੁਹੱਈਆ ਕਰਵਾਉਂਦੀਆਂ ਹਨ। ਇਹ ਪਠਾਰ ਖਣਿਜ ਪਦਾਰਥਾਂ ਦੀ ਹਿਸਾਬ ਨਾਲ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਅਤੇ ਇੱਥੇ ਜੋ ਜਵਾਲਾਮੁਖੀਆਂ ਦੁਆਰਾ ਲਗਾਤਾਰ ਕਾਲੀ ਮਿੱਟੀ ਵਿਛਾਈ ਗਈ ਹੈ ਉਹ ਮਿੱਟੀ ਗੰਨੇ ਅਤੇ ਕਪਾਹ ਦੀ ਖੇਤੀ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੈ। ਇਸ ਖੇਤਰ ਵਿੱਚ ਹਜ਼ਾਰੀਬਾਗ, ਗਇਆ ਅਤੇ ਰਾਂਚੀ ਦੇ ਪਠਾਰ ਵੀ ਸ਼ਾਮਲ ਹਨ। ਇਸ ਪਠਾਰ ਦੀਆਂ 3 ਵੱਡੀਆਂ ਪਹਾੜੀ ਲੜੀਆਂ ਅਰਾਵਲੀ, ਵਿੰਧਿਆਚਲ ਅਤੇ ਸਤਪੁੜਾ ਆਉਂਦੀਆਂ ਹਨ। ਨਕਸ਼ੇ ਦੇ ਜ਼ਰੀਏ ਅਸੀਂ ਇਹਨਾਂ ਤਿੰਨਾਂ ਸ਼੍ਰੇਣੀਆਂ ਦੀ ਜੋ ਲੋਕੇਸ਼ਨ ਹੈ ਉਸ ਨੂੰ ਸਮਝ ਸਕਦੇ ਹਾਂ। ਅਰਾਵਲੀ ਪਰਬਤ, ਵਿੰਧਿਆਚਲ ਅਤੇ ਸਤਪੁੜਾ ਇਹ ਤਿੰਨੋਂ ਹੀ ਡਾਰਕ ਬਰਾਊਨ ਕਲਰ ਦੇ ਵਿੱਚ ਮਾਰਕ ਕੀਤੀਆਂ ਗਈਆਂ ਪਰਬਤ ਸ਼੍ਰੇਣੀਆਂ ਹਨ। ਵਿੰਧਿਆਚਲ ਜੋ ਪਰਬਤ ਸ਼੍ਰੇਣੀ ਹੈ ਇਸ ਨੂੰ ਅਸੀਂ ਸਵੇਰ ਦੀ ਸਭਾ ਦੇ ਵਿੱਚ ਅਕਸਰ ਹੀ ਇਸ ਦਾ ਜ਼ਿਕਰ ਆਉਂਦਾ ਹੈ। ਕੀ ਕੋਈ ਵਿਦਿਆਰਥੀ ਦੱਸ ਸਕਦਾ ਹੈ ਕਿ ਕਿਸ ਇਵੈਂਟ ਦੇ ਵਿੱਚ ਇਸ ਜੋ ਪਰਬਤ ਲੜੀ ਹੈ ਇਸ ਦਾ ਜ਼ਿਕਰ ਆਉਂਦਾ ਹੈ। ਅਰਾਵਲੀ ਜੋ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਪਰਬਤ ਲੜੀਆਂ ਵਿੱਚੋਂ ਇੱਕ ਹੈ। ਇਹ ਦਿੱਲੀ ਤੋਂ ਪਾਲਨਪੁਰ ਤੱਕ ਲਗਭਗ 800 ਕਿਲੋਮੀਟਰ ਤੱਕ ਇਸ ਦੀ ਲੰਬਾਈ ਹੈ। ਇਸ ਦੀ ਜੋ ਸਭ ਤੋਂ ਉੱਚੀ ਚੋਟੀ ਹੈ ਉਸ ਦਾ ਨਾਮ ਹੈ ਗੁਰੂ ਸ਼ਿਖਰ। ਇੱਥੇ ਇੱਕ ਦਰਾ ਗੋਰਨ ਘਾਟ ਵੀ ਹੈ ਜੋ ਗੁਰੂ ਸ਼ਿਖਰ ਅਤੇ ਮਾਊਂਟ ਆਬੂ ਨੂੰ ਵੱਖੋ ਵੱਖ ਕਰਦਾ ਹੈ। ਇਹ ਤਸਵੀਰ ਅਰਾਵਲੀ ਪਰਬਤ ਸ਼੍ਰੇਣੀ ਦੀ ਹੈ। ਇੱਥੇ ਬਹੁਤ ਸਾਰੇ ਟੂਰਿਸਟ ਆਉਂਦੇ ਹਨ ਕਿਉਂਕਿ ਇਹ ਪਹਾੜੀਆਂ ਹਨ ਜੋ ਇਹਨਾਂ ਦੀ ਉਚਾਈ ਘੱਟ ਹੈ ਅਤੇ ਇੱਥੇ ਇਸ ਤਰ੍ਹਾਂ ਦੇ ਗਲਾਈਡਿੰਗ ਵਰਗੇ ਇਵੈਂਟ ਕਾਫੀ ਜ਼ਿਆਦਾ ਵੱਡੇ ਪੱਧਰ 'ਤੇ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਹਰ ਸਾਲ ਵੱਡੀ ਤਾਦਾਦ ਦੇ ਵਿੱਚ ਟੂਰਿਸਟ ਵੀ ਹਰ ਸਾਲ ਸ਼ਮੂਲੀਅਤ ਕਰਦੇ ਰਹਿੰਦੇ ਹਨ। ਅਗਲੀ ਇੱਕ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਜੋ ਮੰਦਿਰ ਦਿਖਾਈ ਦੇ ਰਿਹਾ ਹੈ ਇਹ ਮਾਊਂਟ ਆਬੂ ਜੋ ਗੁਰੂ ਸ਼ਿਖਰ ਚੋਟੀ ਹੈ ਮਾਊਂਟ ਆਬੂ 'ਤੇ ਉਸ ਦੇ ਉੱਪਰ ਹੈ। ਇਸ ਲੜੀ ਦੇ ਉੱਪਰ ਜੋ ਜੈਨ ਮੰਦਿਰ ਹੈ ਇਹ ਇੱਕ ਕਾਫੀ ਇਤਿਹਾਸਕ ਮਹੱਤਤਾ ਰੱਖਦਾ ਹੈ ਅਤੇ ਇਹ ਜੋ ਗੋਰਨ ਘਾਟ ਦਾ ਦਰਾ ਹੈ ਉਹ ਮਾਊਂਟ ਆਬੂ ਅਤੇ ਗੁਰੂ ਸ਼ਿਖਰ ਨੂੰ ਵੱਖੋ ਵੱਖ ਕਰਦਾ ਹੈ। ਅਗਲੀ ਗੱਲ ਕਰਦੇ ਹਾਂ ਵਿੰਧਿਆਚਲ ਪਹਾੜੀਆਂ ਦੀ। ਵਿੰਧਿਆਚਲ ਦੀਆਂ ਪਹਾੜੀਆਂ ਜੋ ਗੁਜਰਾਤ ਤੋਂ ਲੈ ਕੇ ਸਸਾਰਾਮ ਬਿਹਾਰ ਤੱਕ 1200 ਕਿਲੋਮੀਟਰ ਤੱਕ ਦੀ ਲੰਬਾਈ ਤੱਕ ਫੈਲੀਆਂ ਹੋਈਆਂ ਹਨ। ਸਤਪੁੜਾ ਪੱਛਮ ਵਿੱਚ ਰਾਜਪਿਪਲਾ ਦੀਆਂ ਪਹਾੜੀਆਂ ਤੋਂ ਪੂਰਬ ਵਿੱਚ ਮੈਦਾਨ ਦੀਆਂ ਪਹਾੜੀਆਂ ਤੱਕ 900 ਕਿਲੋਮੀਟਰ ਤੱਕ ਦੀ ਲੰਬਾਈ ਵਿੱਚ ਫੈਲੀਆਂ ਹੋਈਆਂ ਹਨ। ਸਤਪੁੜਾ ਜੋ ਲੜੀ ਹੈ ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ ਧੂਪਗੜ੍ਹ ਜੋ ਕਿ ਦੇਖਣ ਵਿੱਚ ਕੁਝ ਇਸ ਤਰ੍ਹਾਂ ਦੀ ਲੱਗਦੀ ਹੈ ਅਤੇ ਪੰਚਮੜੀ ਦਾ ਜੋ ਹਿਲ ਸਟੇਸ਼ਨ ਹੈ ਉਸ ਦੇ ਨਜ਼ਦੀਕ ਹੀ ਹੈ। ਇੱਥੇ ਸ਼ਾਮ ਦਾ ਦ੍ਰਿਸ਼ ਬਹੁਤ ਜ਼ਿਆਦਾ ਖੂਬਸੂਰਤ ਹੁੰਦਾ ਹੈ। ਇੱਕ ਵਾਰ ਨਕਸ਼ੇ 'ਤੇ ਫੇਰ ਨਜ਼ਰ ਮਾਰ ਲੈਂਦੇ ਹਾਂ।
ਅਰਾਵਲੀ, ਵਿੰਧਿਆਚਲ ਅਤੇ ਸਤਪੁੜਾ ਪਰਬਤ ਦੀ ਲੋਕੇਸ਼ਨ ਦੇ ਬਾਰੇ, ਜੋ ਕਿ ਤੁਹਾਡੇ ਸਾਹਮਣੇ ਮਾਰਕ ਹੈ। ਡਾਰਕ ਬਰਾਊਨ ਕਲਰ ਦੇ ਨਾਲ ਇਸ ਨੂੰ ਮਾਰਕ ਕੀਤਾ ਗਿਆ ਹੈ। ਜੇਕਰ ਨਕਸ਼ੇ ਦੇ ਵਿੱਚ ਭਰਨਾ ਹੋਵੇ ਤਾਂ ਅਸੀਂ ਇਸੇ ਲੜੀ ਦੇ ਮੁਤਾਬਕ ਇਹਨਾਂ ਨੂੰ ਭਰਾਂਗੇ। ਅੱਗੇ ਚੱਲਦੇ ਹਾਂ ਦੱਖਣ ਦਾ ਪਠਾਰ ਦੇ ਵੱਲ। ਇਹ ਪਠਾਰ 5 ਲੱਖ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਪ੍ਰਾਇਦੀਪੀ ਪਠਾਰਾਂ ਵਿੱਚ ਸਭ ਤੋਂ ਵੱਡਾ ਪਠਾਰ ਹੈ। ਇਸ ਪਠਾਰ ਦੀ ਢਲਾਨ ਪੱਛਮ ਤੋਂ ਪੂਰਬ ਵੱਲ ਹੈ, ਯਾਨੀ ਕਿ ਪੱਛਮ ਵਿੱਚ ਜ਼ਿਆਦਾ ਉਚਾਈ ਹੈ ਅਤੇ ਪੂਰਬ ਵੱਲ ਨੂੰ ਜਿਵੇਂ ਜਿਵੇਂ ਆਪਾਂ ਜਾ ਰਹੇ ਹਾਂ ਉਚਾਈ ਘਟਦੀ ਜਾਂਦੀ ਹੈ। ਇਸ ਵਿੱਚੋਂ ਵਗਣ ਵਾਲੀਆਂ ਨਦੀਆਂ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਮਹਾਨਦੀ, ਇੰਦਰਾਵਤੀ, ਤੁੰਗਭਦਰਾ, ਪੈਨਾਰ ਆਦਿ ਪੂਰਬ ਵੱਲ ਵਗਦੀਆਂ ਹੋਈਆਂ ਬੰਗਾਲ ਦੀ ਖਾੜੀ ਵੱਲ ਜਾ ਡਿੱਗਦੀਆਂ ਹਨ। ਨਕਸ਼ੇ ਦੇ ਜ਼ਰੀਏ ਤੁਸੀਂ ਇਹਨਾਂ ਨੂੰ ਹੋਰ ਜ਼ਿਆਦਾ ਬਰੀਕੀ ਨਾਲ ਸਮਝ ਸਕਦੇ ਹੋ। ਇੱਥੇ ਉਹਨਾਂ ਸਾਰੀਆਂ ਨਦੀਆਂ ਨੂੰ ਨਕਸ਼ੇ ਦੇ ਵਿੱਚ ਬਲੂ ਕਲਰ ਦੇ ਦੁਆਰਾ ਦਿਖਾਇਆ ਗਿਆ ਹੈ, ਜਿਸ ਨੂੰ ਕਿ ਅਸੀਂ ਪੌਜ਼ ਕਰਕੇ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹਾਂ। ਇਹ ਸਾਰੀਆਂ ਹੀ ਨਦੀਆਂ ਕਾਫੀ ਮਹੱਤਵਪੂਰਨ ਹਨ। ਹੋ ਸਕਦਾ ਹੈ ਕਿ ਨਕਸ਼ੇ ਦੇ ਵਿੱਚ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਇੱਕ ਅੱਧੀ ਨਦੀ ਦਾ ਜੋ ਲੋਕੇਸ਼ਨ ਹੈ ਉਹ ਭਰਨੀ ਆ ਜਾਵੇ। ਗੱਲ ਕਰਦੇ ਹਾਂ ਇਸ ਪਠਾਰ ਦੀ ਅੱਗੇ ਭੂਗੋਲਿਕ ਆਧਾਰ 'ਤੇ ਵੰਡ ਦੀ। ਤਾਂ ਇਸ ਪਠਾਰ ਨੂੰ ਅੱਗੇ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਮਹਾਰਾਸ਼ਟਰ ਦਾ ਪਠਾਰ, ਇਸ ਤੋਂ ਬਾਅਦ ਕਰਨਾਟਕ ਦਾ ਪਠਾਰ, ਫਿਰ ਤੇਲੰਗਾਨਾ ਦਾ ਪਠਾਰ, ਪੱਛਮੀ ਘਾਟ, ਪੂਰਬੀ ਘਾਟ, ਦੰਡਕਾਰਨਿਆ ਅਤੇ ਦੱਖਣ ਪਹਾੜੀ ਸਮੂਹ। ਸਭ ਤੋਂ ਪਹਿਲਾਂ ਨਕਸ਼ੇ ਦੇ ਜ਼ਰੀਏ ਮਹਾਰਾਸ਼ਟਰ ਦੇ ਪਠਾਰ ਨੂੰ ਦੇਖ ਲੈਂਦੇ ਹਾਂ, ਜੋ ਡਾਰਕ ਬਰਾਊਨ ਕਲਰ ਹੈ, ਜਿਸ ਨੂੰ ਪੌਜ਼ ਕਰਕੇ ਤੁਸੀਂ ਦੇਖ ਸਕਦੇ ਹੋ। ਇਹ ਸਾਰਾ ਮਹਾਰਾਸ਼ਟਰ ਦਾ ਪਠਾਰ ਹੈ। ਇਹ ਪਠਾਰ ਅਗਨੀ ਚਟਾਨਾਂ ਦੇ ਠੰਡਾ ਹੋਣ ਕਾਰਨ, ਲਾਵੇ ਦੇ ਠੰਡਾ ਹੋਣ ਕਾਰਨ ਬਸਾਲਟ ਚਟਾਨਾਂ ਦਾ ਬਣਿਆ ਹੋਇਆ ਹੈ। ਇਸ ਤੋਂ ਅੱਗੇ ਹੈ ਕਰਨਾਟਕ ਦਾ ਪਠਾਰ, ਜਿਸ ਨੂੰ ਮਾਲਨਾਦ ਅਤੇ ਮੈਦਾਨ ਦੇ ਭਾਗ ਵਿੱਚ ਵੰਡਿਆ ਗਿਆ ਹੈ। ਇਸ ਦੀ ਸਭ ਤੋਂ ਉੱਚੀ ਚੋਟੀ ਬਾਬਾ ਬੁਡਾਨ ਦੀਆਂ ਪਹਾੜੀਆਂ ਵਿੱਚ ਮੂਲਨਗਿਰੀ ਹੈ। ਇੱਥੇ ਦਿੱਤੇ ਨਕਸ਼ੇ ਦੀ ਮਦਦ ਦੇ ਨਾਲ ਇਸ ਨੂੰ ਹੋਰ ਗਹਿਰਾਈ ਨਾਲ ਸਮਝਿਆ ਜਾ ਸਕਦਾ ਹੈ। ਸਾਫ਼ ਮਾਰਕ ਕੀਤਾ ਹੋਇਆ ਹੈ ਕਿ ਕਰਨਾਟਕ ਪਲੇਟੂ, ਜਿਸ ਨੂੰ ਇੱਕ ਸਪੈਸੀਫਿਕ ਕਲਰ ਦੇ ਨਾਲ ਇੱਥੇ ਦਿਖਾਇਆ ਜਾ ਚੁੱਕਾ ਹੈ। ਅਗਲੀ ਗੱਲ ਕਰਦੇ ਹਾਂ ਤੇਲੰਗਾਨਾ ਦੇ ਪਠਾਰ ਦੀ। ਤੇਲੰਗਾਨਾ ਜੋ ਕਿ ਸਾਡੇ ਦੇਸ਼ ਦਾ ਇੱਕ ਨਵਾਂ ਬਣਿਆ ਹੋਇਆ ਰਾਜ ਹੈ। ਇਸ ਦੇ ਲਗਭਗ 1,14,800 ਵਰਗ ਕਿਲੋਮੀਟਰ ਦੇ ਰਕਬੇ ਵਿੱਚ ਇਹ ਪਠਾਰ ਫੈਲਿਆ ਹੋਇਆ ਹੈ। ਇੱਥੇ ਇੱਕ ਨਕਸ਼ਾ ਹੈ ਜੋ ਤੇਲੰਗਾਨਾ ਦੀ ਸਟੇਟ ਨੂੰ ਰਿਪਰਜੈਂਟ ਕਰਦਾ ਹੈ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਾਰਕ ਯੈਲੋ ਕਲਰ ਹੈ ਜਿਹੜਾ ਇਹ ਜ਼ਿਆਦਾ ਉੱਚਾ ਪਠਾਰ ਹੈ, ਅਤੇ ਲਾਈਟ ਯੈਲੋ ਕਲਰ ਹੈ ਜੋ ਇਹ ਘੱਟ ਉੱਚਾ ਪਠਾਰ ਹੈ। ਤਾਂ ਆਲਮੋਸਟ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਤੇਲੰਗਾਨਾ ਦਾ ਜੋ ਖੇਤਰਫਲ ਹੈ ਉਹ ਪਠਾਰੀ ਭੂ ਭਾਗ ਦੇ ਵਿੱਚ ਹੀ ਸਥਿਤ ਹੈ। ਅੱਗੇ ਚੱਲਦੇ ਹਾਂ ਪੱਛਮੀ ਘਾਟ। ਪੱਛਮੀ ਘਾਟ ਨੂੰ ਸਹਿਆਦਰੀ ਵੀ ਕਿਹਾ ਜਾਂਦਾ ਹੈ। ਇਹ ਪੱਛਮੀ ਘਾਟ ਪੱਛਮੀ ਤੱਟ ਦੇ ਨਾਲ ਨਾਲ ਤਾਪੀ ਨਦੀ ਦੇ ਮੁਹਾਨੇ ਤੋਂ ਦੱਖਣੀ ਕੋਨੇ ਤੋਂ ਕੰਨਿਆ ਕੁਮਾਰੀ ਤੱਕ 1600 ਕਿਲੋਮੀਟਰ ਦੀ ਲੰਬਾਈ ਤੱਕ ਫੈਲੇ ਹੋਏ ਹਨ। ਇਸ ਨਕਸ਼ੇ ਦੀ ਮਦਦ ਦੇ ਨਾਲ ਇਸ ਨੂੰ ਹੋਰ ਆਸਾਨੀ ਦੇ ਨਾਲ ਸਮਝਿਆ ਜਾ ਸਕਦਾ ਹੈ। ਜੋ ਰੈੱਡ ਕਲਰ ਹੈ ਇਹ ਪੱਛਮੀ ਘਾਟ ਨੂੰ ਪ੍ਰੈਜੈਂਟ ਕਰਦਾ ਹੈ, ਜਿੱਥੇ ਲਿਖਿਆ ਵੀ ਹੈ ਵੈਸਟਰਨ ਘਾਟਸ। ਇਹ ਸਮੁੰਦਰ ਤਲ ਤੋਂ ਕਾਫੀ ਜ਼ਿਆਦਾ ਉਚਾਈ ਦੇ ਉੱਪਰ ਸਥਿਤ ਪਹਾੜੀਆਂ ਹਨ। ਇਹ ਪਹਾੜੀਆਂ ਆਪਣੀ ਕੁਦਰਤੀ ਸੁੰਦਰਤਾ ਅਤੇ ਬਾਇਓਡਾਇਵਰਸਿਟੀ ਦੇ ਕਾਰਨ ਪੂਰੇ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਹਨ। ਇੱਥੋਂ ਦੇ ਕੁਝ ਨਮੂਨੇ ਕੁਝ ਪਿਕਚਰਸ ਦੇ ਦੇਖੇ ਜਾ ਸਕਦੇ ਹਨ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੋਂ ਇੱਕ ਬਹੁਤ ਵੱਡਾ ਝਰਨਾ ਦਿਖਾਈ ਦੇ ਰਿਹਾ ਹੈ, ਉਸ ਦੇ ਅੱਗੋਂ ਇੱਕ ਟ੍ਰੇਨ ਲੰਘ ਰਹੀ ਹੈ। ਇੱਕ ਕੁਦਰਤੀ ਸੋਹਣੇਪਨ ਦਾ ਦ੍ਰਿਸ਼ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਦ੍ਰਿਸ਼ ਇਸ ਪੱਛਮੀ ਘਾਟ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਹਨ। ਇਹ ਜੋ ਘਾਟ ਹਨ ਇਹ ਕੁਦਰਤੀ ਤੌਰ 'ਤੇ ਬਹੁਤ ਸਾਰੇ ਜੀਵ ਜੰਤ ਦਾ ਵਾਸ ਹਨ। ਇੱਥੇ ਬਹੁਤ ਸਾਰੀਆਂ ਜੋ ਕੁਦਰਤੀ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਹਨ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਮਿਲਦੀਆਂ ਹਨ। ਦੁਨੀਆ ਭਰ ਦੇ ਰਿਸਰਚਰ ਇਸ ਜਗ੍ਹਾ 'ਤੇ ਵਿਜ਼ਿਟ ਕਰਦੇ ਹਨ। ਇਹ ਜੋ ਤੁਸੀਂ ਝਰਨਾ ਦੇਖ ਰਹੇ ਹੋ ਇਹ ਦੱਖਣੀ ਭਾਰਤ ਯਾਨੀ ਕਿ ਕਰਨਾਟਕ ਦੀ ਇੱਕ ਨਦੀ ਸ਼ਰਾਵਤੀ ਦੇ ਉੱਪਰ ਬਣਿਆ ਹੋਇਆ ਸਭ ਤੋਂ ਉੱਚਾ ਫਾਲ ਹੈ, ਜਿਸ ਨੂੰ ਜੋਗ ਫਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਘਾਟ ਦੇ ਵਿੱਚ ਦੱਖਣ ਤੋਂ ਲੈ ਕੇ ਕਰਮਬਰ, ਚਾਰ ਦਰੇ, ਥਾਲ ਘਾਟ, ਔਰ ਘਾਟ, ਪਾਲ ਘਾਟ ਅਤੇ ਸੋਨਕੋਟਾ ਦਰੇ ਹਨ। ਦਰਾ ਆਪਾਂ ਪਿਛਲੇ ਲੈਕਚਰ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਕੀ ਹੁੰਦਾ ਹੈ। ਪੱਛਮੀ ਘਾਟ ਦੀਆਂ ਮੁੱਖ ਚੋਟੀਆਂ ਕਾਲਾ ਸੁਬਾਈ, ਮਹਾਬਲੇਸ਼ਵਰ, ਸਾਲੇਹਰ, ਹਰੀਸ਼ ਚੰਦਰ, ਕੁਦਰੇਮੁਖ ਅਤੇ ਪੁਸ਼ਪਾਗਿਰੀ
ਅਤੇ ਨੀਲਗਿਰੀ ਦੀਆਂ ਪਹਾੜੀਆਂ ਉੱਪਰ ਦੋਦਾ ਬੇਟਾ ਦੀਆਂ ਪਹਾੜੀਆਂ ਪ੍ਰਮੁੱਖ ਹਨ। ਇਹਨਾਂ ਦੇ ਵਿੱਚ ਜੋ ਕੁਦਰੇਮੁਖ ਹੈ ਇਹ ਲੋਹੇ ਦੇ ਭੰਡਾਰਾਂ ਵਾਸਤੇ ਪ੍ਰਸਿੱਧ ਹੈ। ਇਸ ਤੋਂ ਇਲਾਵਾ ਜੋ ਦੋਦਾ ਬੇਟਾ ਦੀ ਪਹਾੜੀ ਹੈ ਇਹ ਪੱਛਮੀ ਘਾਟ ਦੀ ਸਭ ਤੋਂ ਉੱਚੀ ਪਹਾੜੀ ਦੇ ਨਾਂ ਵਜੋਂ ਜਾਣੀ ਜਾਂਦੀ ਹੈ। ਇਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਾਫੀ ਵੰਨ ਸੁਵੰਨਤਾ ਹੈ ਅਤੇ ਇੱਥੇ ਵੱਖ-ਵੱਖ ਮਸਾਲਿਆਂ ਦੀ ਖੇਤੀ ਵੀ ਕੀਤੀ ਜਾਂਦੀ ਹੈ। ਇਹ ਤਸਵੀਰ ਦੇ ਵਿੱਚ ਜੋ ਤੁਸੀਂ ਇਲਾਕਾ ਦੇਖ ਰਹੇ ਹੋ ਇਹ ਦੋਦਾ ਬੇਟਾ ਜੋ ਦੱਖਣੀ ਭਾਰਤ ਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਹਨ ਉਸ ਦੇ ਨੇੜੇ ਦਾ ਹੈ। ਇੱਥੋਂ ਦੀ ਕੁਦਰਤੀ ਸੋਹਣਾਪਨ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨਾ ਜ਼ਿਆਦਾ ਖੂਬਸੂਰਤ ਦ੍ਰਿਸ਼ ਤੁਹਾਨੂੰ ਦਿਖਾਈ ਦੇ ਰਿਹਾ ਹੈ। ਇਸ ਇਲਾਕੇ ਦੇ ਵਿੱਚ ਹਰ ਸਾਲ ਵੱਡੀ ਮਾਤਰਾ ਦੇ ਵਿੱਚ ਸੈਲਾਨੀ ਘੁੰਮਣ ਦੇ ਲਈ ਜਾਂਦੇ ਹਨ। ਅਗਲਾ ਜ਼ਿਕਰ ਕਰਦੇ ਹਾਂ ਅਸੀਂ ਪੂਰਬੀ ਘਾਟ ਦਾ। ਪੂਰਬੀ ਘਾਟ ਉੱਤਰ ਵਿੱਚ ਮਹਾਨਦੀ ਤੋਂ ਲੈ ਕੇ ਦੱਖਣ ਵਿੱਚ ਨੀਲਗਿਰੀ ਤੱਕ ਪੂਰਬੀ ਸਮੁੰਦਰ ਤੱਟ ਦੇ ਨਾਲ ਨਾਲ ਚੱਲਦੇ ਹਨ। ਪੂਰਬੀ ਘਾਟ ਪੱਛਮੀ ਘਾਟ ਦੇ ਮੁਕਾਬਲੇ ਜ਼ਿਆਦਾ ਚੌੜੇ, ਕਟੇ ਫਟੇ, ਨੀਵੇਂ ਅਤੇ ਟੁਕੜਿਆਂ ਵਾਲੀਆਂ ਪਹਾੜੀਆਂ ਵਾਲੇ ਭੂ-ਭਾਗ ਹਨ। ਉੱਤਰ ਵਿੱਚ ਮਹੇਂਦਰਗਿਰੀ ਅਤੇ ਪੂਰਬੀ ਘਾਟ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ। ਇਹ ਨਕਸ਼ੇ ਦੀ ਮਦਦ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਗ੍ਰੀਨ ਕਲਰ ਹੈ ਇਸ ਦੇ ਵਿੱਚ ਪੂਰਬੀ ਘਾਟ ਨੂੰ ਦਰਸਾਇਆ ਗਿਆ ਹੈ। ਇਹ ਕਿਹੜੇ ਰਾਜਾਂ ਵਿੱਚੋਂ ਲੰਘਦਾ ਹੈ ਉਹਨਾਂ ਦੇ ਨਾਮ ਲਿਖੇ ਹੋਏ ਹਨ, ਤੁਸੀਂ ਇਸ ਨੂੰ ਧਿਆਨ ਨਾਲ ਵੇਖ ਸਕਦੇ ਹੋ। ਇਸ ਤੋਂ ਅਗਲੀ ਜੋ ਨਕਸ਼ਾ ਹੈ ਇਸ ਦੇ ਵਿੱਚ ਮਾਰਕ ਕੀਤਾ ਗਿਆ ਹੈ ਰੈੱਡ ਕਲਰ ਦੇ ਨਾਲ। ਡਾਰਕ ਬਰਾਊਨ ਕਲਰ ਦੀਆਂ ਜੋ ਪੱਟੀਆਂ ਜਾ ਰਹੀਆਂ ਹਨ ਉਹਨਾਂ ਵੱਲ ਨੂੰ ਐਰੋ ਕਰਕੇ ਮਾਰਕ ਕੀਤਾ ਗਿਆ ਹੈ। ਇੱਕ ਤਰਫ E ਲਿਖਿਆ ਹੋਇਆ ਹੈ, ਇੱਕ ਤਰਫ W ਲਿਖਿਆ ਹੋਇਆ ਹੈ। E ਤੋਂ ਭਾਵ ਹੈ ਈਸਟਰਨ ਘਾਟ ਅਤੇ W ਤੋਂ ਭਾਵ ਹੈ ਵੈਸਟਰਨ ਘਾਟ। ਇਹ ਜੋ ਲੜੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹਨ ਜੋ ਮਾਰਕ ਕੀਤੇ ਹੋਏ ਡਾਰਕ ਬਰਾਊਨ ਕਲਰ ਦੀਆਂ ਜੋ ਪੱਟੀਆਂ ਹਨ ਇਹ ਦੋਨੋਂ ਹੀ ਨਕਸ਼ੇ ਦੇ ਉੱਪਰ ਅਸੀਂ ਪੂਰਬੀ ਘਾਟ ਜਾਂ ਪੱਛਮੀ ਘਾਟ ਦੇ ਵਜੋਂ ਦਿਖਾ ਸਕਦੇ ਹਾਂ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਅੰਦਰੂਨੀ ਪਠਾਰ ਦੀ ਤਾਂ ਅੰਦਰੂਨੀ ਪਠਾਰ ਦੇ ਵਿੱਚ ਕਈ ਸਾਰੀਆਂ ਨਦੀਆਂ ਵਗਦੀਆਂ ਹਨ ਜਿਵੇਂ ਕਿ ਕ੍ਰਿਸ਼ਨਾ ਅਤੇ ਪੈਨਾਰ ਨਦੀ ਤੋਂ ਲੈ ਕੇ ਨੀਲਗਿਰੀ ਤੱਕ, ਨੱਲਾ ਮਲਾਈ, ਪਾਲਕੋਂਡਾ, ਬੇਲੀਕੋਂਡਾ ਅਤੇ ਦੱਖਣ ਵਿੱਚ ਜਵੇਦੀ, ਸ਼ਿਵਰਾਈ, ਕੋਲਮਲਾਈ ਆਦਿ ਪਹਾੜੀਆਂ ਵੀ ਕੁਝ ਮਿਲਦੀਆਂ ਹਨ। ਪ੍ਰਾਇਦੀਪੀ ਪਠਾਰ ਖਣਿਜ ਪਦਾਰਥਾਂ ਦਾ ਭੰਡਾਰ ਹੈ। ਇਸ ਦੇ ਮਹੱਤਤਾ ਇਹ ਇਸ ਕਰਕੇ ਹੈ ਕਿ ਜੋ ਪਠਾਰੀ ਖੇਤਰ ਹੁੰਦਾ ਹੈ ਉੱਥੇ ਸਾਨੂੰ ਕਈ ਤਰ੍ਹਾਂ ਦੇ ਖਣਿਜ ਪਦਾਰਥ ਪ੍ਰਾਪਤ ਹੁੰਦੇ ਹਨ। ਇੱਥੇ ਮਿਲਣ ਵਾਲੇ ਖਣਿਜ ਪਦਾਰਥਾਂ ਵਿੱਚ ਬਹੁਤਾਤ ਹੁੰਦੀ ਹੈ ਮੈਗਨੀਜ਼, ਲੋਹਾ, ਕੋਲਾ, ਤਾਂਬਾ, ਬੌਕਸਾਈਟ, ਅਬਰਕ, ਸੋਨਾ। ਇੱਥੇ ਇਹ ਸਾਰੇ ਖਣਿਜ ਪਦਾਰਥਾਂ ਦੇ ਜੋ 98% ਤੱਕ ਜੋ ਭੰਡਾਰ ਹਨ ਉਹ ਪ੍ਰਾਇਦੀਪੀ ਪਠਾਰ ਦੇ ਵਿੱਚ ਹੀ ਮਿਲਦੇ ਹਨ। ਇਸ ਤੋਂ ਇਲਾਵਾ ਇਸ ਪ੍ਰਾਇਦੀਪੀ ਪਠਾਰ ਦੀ ਜੋ ਕਾਲੀ ਮਿੱਟੀ ਹੈ ਜੋ ਕਿ ਲਾਵਾ ਦੀਆਂ ਚਟਾਨਾਂ ਦੇ ਟੁੱਟ ਫੁੱਟ ਕਾਰਨ ਬਣੀ ਹੈ ਬਹੁਤ ਸਾਰੀਆਂ ਫਸਲਾਂ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਜਿਵੇਂ ਕਿ ਕਪਾਹ ਦੀ ਫਸਲ ਦੇ ਲਈ ਸਭ ਤੋਂ ਜ਼ਿਆਦਾ ਵਧੀਆ ਮਿੱਟੀ ਜੋ ਮੰਨੀ ਜਾਂਦੀ ਹੈ ਉਹ ਕਾਲੀ ਮਿੱਟੀ ਹੁੰਦੀ ਹੈ। ਇਸੇ ਤਰ੍ਹਾਂ ਗੰਨੇ ਦੀ ਫਸਲ ਵੀ ਇਸ ਮਿੱਟੀ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਰਬੜ, ਦਾਲਾਂ, ਕੌਫੀ ਖਾਸ ਕਰਕੇ ਦੱਖਣੀ ਭਾਰਤ ਦੇ ਵਿੱਚ ਹੀ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਮਸਾਲੇ ਜਿਵੇਂ ਕਿ ਇਲਾਇਚੀ, ਲੌਂਗ ਜਾਂ ਹੋਰ ਦੂਸਰੇ ਜਿਹੜੇ ਮਸਾਲੇ ਨੇ ਉਹ ਜ਼ਿਆਦਾਤਰ ਦੱਖਣੀ ਭਾਰਤ ਦੇ ਇਲਾਕਿਆਂ ਦੇ ਵਿੱਚ ਹੀ ਸਾਨੂੰ ਵੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਦੱਖਣੀ ਭਾਰਤ ਦੇ ਵਿੱਚ ਤੰਬਾਕੂ ਜਾਂ ਫਿਰ ਹੋਰ ਕਈ ਦੂਸਰੀਆਂ ਫਸਲਾਂ ਜਿਵੇਂ ਕਿ ਮੌਸਮੀ ਫਸਲਾਂ ਦੀ ਵੀ ਖੇਤੀ ਇੱਥੇ ਕਾਫੀ ਜ਼ਿਆਦਾ ਕੀਤੀ ਜਾਂਦੀ ਹੈ। ਇਹ ਤਾਂ ਹੈ ਪ੍ਰਾਇਦੀਪੀ ਪਠਾਰ ਦੀ ਮਹੱਤਤਾ। ਇਸ ਤੋਂ ਇਲਾਵਾ ਜੋ ਦੋਨੋਂ ਘਾਟ ਸੀ ਪੂਰਬੀ ਅਤੇ ਪੱਛਮੀ ਘਾਟ ਉਹਨਾਂ ਦੀ ਮਹੱਤਤਾ ਦੇ ਬਾਰੇ 'ਚ ਅਸੀਂ ਨੇ ਚਰਚਾ ਕਰ ਲਈ ਹੈ ਕਿਉਂਕਿ ਇਹ ਦੋਨੋਂ ਹੀ ਘਾਟ ਮਹੱਤਵਪੂਰਨ ਹਨ ਆਪਣੇ ਕੁਦਰਤੀ ਜੋ ਡਾਇਵਰਸਿਟੀ ਹੈ, ਬਾਇਓਡਾਇਵਰਸਿਟੀ ਹੈ ਉਸ ਦੇ ਲਈ। ਇੱਥੇ ਬਹੁਤ ਸਾਰੇ ਜੰਗਲੀ ਜੀਵਾਂ ਦਾ ਵਾਸ ਹੈ ਜਿਵੇਂ ਕਿ ਅਸੀਂ ਇਸ ਲੈਕਚਰ ਦੇ ਵਿੱਚ ਹੁਣ ਤੱਕ ਦੇਖ ਚੁੱਕੇ ਹਾਂ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਲਾਸ ਪਸੰਦ ਆਈ ਹੋਵੇਗੀ। ਜੇਕਰ ਕੋਈ ਤੁਹਾਨੂੰ ਕਿਸੇ ਟੌਪਿਕ 'ਤੇ ਕਿਸੇ ਵੀ ਚੀਜ਼ 'ਤੇ ਡਿਸਕਸ਼ਨ 'ਤੇ ਕੋਈ ਦਿੱਕਤ ਲੱਗਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਤੋਂ ਇਲਾਵਾ ਜੇ ਚੰਗਾ ਲੱਗੇ ਤਾਂ ਆਪਣੇ ਹਮ ਜਮਾਤੀ ਆਪਣੇ ਜੋ ਤੁਹਾਡੇ ਰਿਸ਼ਤੇਦਾਰ 9ਵੀਂ ਜਮਾਤ ਦੇ ਵਿਦਿਆਰਥੀ ਹੋਣਗੇ ਉਹਨਾਂ ਤੱਕ ਇਹ ਸ਼ੇਅਰ ਕਰ ਸਕਦੇ ਹੋ। ਉਮੀਦ ਹੈ ਵੀ ਤੁਸੀਂ ਅੱਜ ਦਾ ਇਹ ਲੈਕਚਰ ਪੂਰੇ ਧਿਆਨ ਨਾਲ ਸੁਣੋਗੇ। ਧੰਨਵਾਦ।